इस चैनल को सब्सक्राइब करें और घंटा दबाना ना भूलें। दुखां दे वेले तेरी आवाज़ सुने दुआ, दुखां दे वेले तेरी आवाज़ सुने दुआ। इज्जत तेरी बढ़ावेगा याकूब दा खुदा, इज्जत तेरी बढ़ावेगा याकूब दा खुदा। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਸਾਡੇ ਜੀਵਨ ਦੇ ਵਿੱਚ ਸਾਡੀ ਆਤਮਿਕਤਾ ਦੀ ਹਰ ਇੱਕ ਕਮੀ ਨੂੰ ਆਪਣੇ ਪਵਿੱਤਰ ਵਚਨ ਦੇ ਨਾਲ ਦੂਰ ਕਰਦਾ ਹੈ ਅਤੇ ਉਸ ਦੇ ਵਿੱਚ ਸਾਡੀ ਭਰਪੂਰੀ ਕਰਨ ਦੇ ਲਈ ਨਿਤ ਪ੍ਰਤੀ ਦਿਨ ਆਪਣੇ ਵਚਨ ਦੇ ਵਿੱਚੋਂ ਸਾਨੂੰ ਸਿੱਖਿਆ ਦਿੰਦਾ ਹੈ। ਅੱਜ ਦੇ ਵਚਨ ਦੇ ਨਾਲ ਵੀ ਸਾਨੂੰ ਆਪਣੀ ਤੌਫੀਕ ਦੇ ਕੇ ਆਪਣੇ ਰਾਜ ਦੇ ਵਿੱਚ ਅੱਗੇ ਵਧਣ ਦੇ ਲਈ ਮਦਦ ਦੇ, ਤਾਂ ਕਿ ਤੇਰੇ ਨਾਮ ਦੀ ਵਡਿਆਈ ਹੋ ਸਕੇ। ਸੁਣਨ ਵਾਲੇ, ਬੋਲਣ ਵਾਲੇ ਨੂੰ ਆਪਣੀ ਸਮਝ, ਆਪਣਾ ਗਿਆਨ, ਆਪਣੀ ਬੁੱਧ ਦੇ, ਤਾਂ ਕਿ ਇਸ ਦੇ ਅਨੁਸਾਰ ਤੇਰੇ ਰਾਜ ਵਿੱਚ ਵਧਦੇ ਜਾਈਏ। ਸਾਰਾ ਆਦਰਮਾਨ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੁਕਮ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਮੈਂ ਵਚਨ ਦਾ ਭਾਗ ਲਿਆ ਹੈ ਸਿੱਖਿਆ ਦੇ ਲਈ, ਉਹ ਹੈ ਰੋਮੀਆਂ ਦੀ ਪੁਸਤਕ, ਉਸ ਦਾ 2 ਅਧਿਆਏ, ਉਸ ਦੀ 4 ਆਇਤ ਵਿੱਚੋਂ ਇੱਥੇ ਲਿਖਿਆ ਹੈ, ਅਥਵਾ ਤੂੰ ਉਹਦੀ ਮਿਹਰਬਾਨੀ ਅਤੇ ਖਿਮਾ ਅਤੇ ਧੀਰਜ ਦੀ ਦੌਲਤ ਨੂੰ ਤੁੱਛ ਸਮਝਦਾ ਹੈ ਅਤੇ ਇਹ ਨਹੀਂ ਜਾਣਦਾ ਜੋ ਪਰਮੇਸ਼ਵਰ ਦੀ ਮਿਹਰਬਾਨੀ ਤੈਨੂੰ ਪਛਤਾਵੇ ਦੇ ਰਾਹ ਪਾਉਂਦੀ ਹੈ। ਇਸ ਦਾ ਜੋ ਮੈਂ ਇਸ ਦੇ ਵਿੱਚ ਵਿਸ਼ਾ ਲਿਆ ਹੈ, ਪਰਮੇਸ਼ਵਰ ਦੁੱਖਾਂ ਵਿੱਚ ਸੁਣਦਾ ਹੈ। ਪਰਮੇਸ਼ਵਰ ਦੁੱਖਾਂ ਵਿੱਚ ਸੁਣਦਾ ਹੈ। ਔਰ ਜਦੋਂ ਮੈਂ ਰੋਮੀਆਂ ਦੀ ਇਹ ਪੁਸਤਕ ਪੜ੍ਹ ਰਿਹਾ ਸੀ ਤਾਂ ਇਸ ਵਿੱਚ ਜੋ ਮੈਨੂੰ ਪਰਮੇਸ਼ਵਰ ਦਾ ਜੋ ਅਸਲ ਭੇਟ ਮਿਲਿਆ ਹੈ, ਉਹ ਮਿਲਿਆ ਹੈ ਗॉड ਰਾਈਚਸਨੈਸ ਜਜਮੈਂਟ। ਪਰਮੇਸ਼ਵਰ ਦਾ ਧਾਰਮਿਕਤਾ ਉੱਤੇ ਨਿਆਂ, ਮਤਲਬ ਮਨੁੱਖੀ ਜੀਵਨ ਦਾ ਪਰਮੇਸ਼ਵਰ ਦੇ ਨਾਲ ਮੇਲ ਦਾ ਨਿਆਂ। ਬੜਾ ਅਦਭੁਤ ਹੈ। ਸਾਰੀ ਦੁਨੀਆ ਪਾਪ ਦੇ ਵਿੱਚ ਫਸੀ ਹੋਈ ਹੈ। ਬਾਈਬਲ ਇਸੇ ਬਾਰੇ ਸੰਦੇਸ਼ ਦਿੰਦੀ ਹੈ। ਔਰ ਜਿਹੜਾ ਪਾਪ ਦੇ ਵਿੱਚ ਹੈ ਉਹ ਦੁਖੀ ਹੈ। ਜਿਹੜਾ ਪਾਪ ਦੇ ਵਿੱਚ ਜੀਵਨ ਜੀ ਰਿਹਾ ਉਹ ਦੁਖੀ ਹੈ। ਜੋ ਪਾਪ ਦੇ ਵਿੱਚ ਹੈ ਉਹ ਵੀ ਦੁਖੀ ਹੈ। ਔਰ ਇਹ ਸਾਰਾ ਦੁੱਖ ਜਦੋਂ ਆਉਂਦਾ ਹੈ ਉਦੋਂ ਮਨੁੱਖ ਪਰਮੇਸ਼ਰ ਦੇ ਅੱਗੇ ਕੁਰਲਾਉਂਦਾ ਹੈ, ਰੋਂਦਾ ਹੈ ਅਤੇ ਉਹ ਕਹਿੰਦਾ ਹੈ, ਕੌਣ ਮੈਨੂੰ ਇਸ ਮੌਤ ਤੋਂ ਛੁਡਾਵੇਗਾ? ਕੌਣ ਮੇਰੇ ਲਈ ਇਸ ਮੌਤ ਤੋਂ ਨਜਾਤ ਦੇਵੇਗਾ? ਇਸਰਾਇਲ ਆਰੰਭ ਦੇ ਵਿੱਚ 400 ਸਾਲ ਗੁਲਾਮੀ ਦੇ ਵਿੱਚ ਸੀ। ਮੈਂ ਸਮਝਦਾ ਹਾਂ ਕਿੰਨੇ ਵੱਡੇ ਦੁੱਖਾਂ ਦੇ ਵਿੱਚ ਸੀ, ਕਿੰਨੇ ਵੱਡੇ ਸੰਤਾਪ ਦੇ ਵਿੱਚ ਸੀ। ਇਸ ਲਈ ਜਦੋਂ ਮੈਂ ਇਸ ਵਚਨ ਨੂੰ ਪੜ੍ਹਿਆ ਤਾਂ ਇਸ ਵਿੱਚ ਮੈਨੂੰ ਜੋ ਪਰਮੇਸ਼ਵਰ ਨੇ ਇਸ ਵਚਨ ਦੇ ਨਾਲ ਵਿਸ਼ਾ ਦਿੱਤਾ, ਉਹ ਹੈ ਪਰਮੇਸ਼ਵਰ ਦੁੱਖਾਂ ਵਿੱਚ ਸੁਣਦਾ ਹੈ। ਉਸ ਸਮੇਂ ਜਦੋਂ ਇਸਰਾਇਲ ਦੁੱਖਾਂ ਦੇ ਵਿੱਚ ਗੁਜ਼ਰ ਰਿਹਾ ਸੀ ਤਾਂ ਪਰਮੇਸ਼ਵਰ ਨੇ ਉਹਨਾਂ ਦੀ ਸੁਣੀ। ਜਦੋਂ ਅਸੀਂ ਕੂਚ ਦੀ ਪੁਸਤਕ 3 ਅਧਿਆਇ ਉਸ ਦੀ 6 ਆਇਤ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਲਿਖਿਆ, ਪਰਮੇਸ਼ਵਰ ਨੇ ਉਹਨਾਂ ਦੀ ਸੁਣੀ। ਇਹਦਾ ਮਤਲਬ ਪਰਮੇਸ਼ਵਰ ਨੇ ਉਹਨਾਂ ਦੇ ਉੱਤੇ ਆਪਣੀ ਮਿਹਰਬਾਨੀ ਕੀਤੀ। ਦੁੱਖਾਂ ਦੇ ਵਿੱਚ ਪਰਮੇਸ਼ਵਰ ਦੀ ਮਿਹਰਬਾਨੀ।
ਜੋ ਕਿ ਪਰਮੇਸ਼ਵਰ ਤੋਂ ਦੂਰ ਹੋ ਗਏ। ਪਾਪ ਦੇ ਕਾਰਨ ਅਲਗਾਵ ਹੋ ਗਿਆ। ਪਾਪ ਦੇ ਕਾਰਨ ਉਹਨਾਂ ਦੇ ਜੀਵਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਾਪ ਦੇ ਅੰਸ਼ ਉਹਨਾਂ ਦੇ ਵਿੱਚ ਸਮਾ ਗਏ, ਜਿਸ ਦੇ ਨਾਲ ਉਹ ਪਰਮੇਸ਼ਵਰ ਨੂੰ ਆਪਣੇ ਜੀਵਨ ਵਿੱਚ ਸ਼ਤਰੂ, ਪਾਪ ਵਿਰੋਧੀ ਸਮਝਣ ਲੱਗ ਗਏ। ਬਾਣੀ ਦੇ ਵਿੱਚ ਲਿਖਿਆ ਹੈ, ਉਹ ਸੱਤ ਦੇ ਵੈਰੀ ਹੋ ਗਏ। ਸਾਰਾ ਸੰਸਾਰ ਅੱਜ ਸੱਤ ਦਾ ਵੈਰੀ ਹੈ। ਕੋਈ ਸੱਤ ਦੇ ਕੋਲ ਜਾਣਾ ਨਹੀਂ ਚਾਹੁੰਦਾ। ਜਦੋਂ ਉਹਨਾਂ ਦੇ ਜੀਵਨ ਦੇ ਵਿੱਚ ਦੁੱਖ ਆਉਂਦਾ ਹੈ, ਕਸ਼ਟ ਆਉਂਦਾ ਹੈ, ਕਲੇਸ਼ ਆਉਂਦਾ ਹੈ, ਤਦ ਉਹ ਪਰਮੇਸ਼ਵਰ ਨੂੰ ਪੁਕਾਰਦੇ। ਇੱਥੇ ਪੌਲਸ ਰਸੂਲ ਰੋਮੀਆਂ ਦੀ ਪੁਸਤਕ ਦੇ ਵਿੱਚ, ਰੋਮ ਦੇ ਲੋਕਾਂ ਦੇ ਵਿੱਚ ਜਦੋਂ ਇਹ ਲੈਟਰ ਲਿਖ ਰਿਹਾ, ਉਹ ਕੁਰੰਥ ਦੇ ਵਿੱਚ ਸੀ। ਕੁਰੰਥ ਤੋਂ ਰੋਮ ਦਾ ਲੈਟਰ ਲਿਖ ਰਿਹਾ, ਔਰ ਕੁਰੰਥ ਦੇ ਹਾਲਾਤਾਂ ਦੇ ਵਿੱਚ ਉਹ ਜਾਣਦਾ ਸੀ ਕਿ ਕਿੱਦਾਂ ਕਿੱਦਾਂ ਦੇ ਪਾਪ ਉਹਨਾਂ ਦੇ ਵਿੱਚ ਆ ਚੁੱਕੇ ਹੈ, ਜਿਹੜੇ ਉਹਨਾਂ ਨੂੰ ਪਾਪ ਤੋਂ ਬਾਹਰ ਨਿਕਲਣ ਦੇ ਲਈ ਉਹਨਾਂ ਦੀ ਮਦਦ ਨਹੀਂ ਕਰ ਰਹੇ, ਹੋਰ ਜ਼ਿਆਦਾ ਪਾਪ ਦੇ ਵਿੱਚ ਉਹਨਾਂ ਨੂੰ ਸੰਗਲਾਂ ਦੇ ਨਾਲ ਜਕੜ ਕੇ ਰੱਖ ਰਹੇ। ਤਦ ਪੌਲਸ 2:4 ਦੇ ਵਿੱਚ ਲਿਖਦਾ ਹੈ, ਔਰ ਕੀ ਲਿਖਦਾ ਹੈ ਜੋ ਅਸੀਂ ਇੱਥੇ ਪੜਿਆ। ਅਥਵਾ ਉਹਦੀ ਗੱਲ ਇੱਥੋਂ ਸ਼ੁਰੂ ਹੁੰਦੀ ਹੈ। ਅਥਵਾ ਤੂੰ ਉਸ ਦੀ ਮਿਹਰਬਾਨੀ ਅਤੇ ਖਿਮਾ। ਇਸ ਤੋਂ ਅੱਗੇ ਅਸੀਂ ਸਿੱਖਦੇ ਹਾਂ ਕਿ ਪਰਮੇਸ਼ਰ ਦਾ ਨਿਆਂ ਕਈ ਵਾਰ ਦੇਰੀ ਨਾਲ ਹੁੰਦਾ ਹੈ। 450 ਸਾਲ ਲੱਗੇ ਉਹਨਾਂ ਨੂੰ ਉੱਥੋਂ ਪਰਮੇਸ਼ਵਰ ਦੀ ਮਿਹਰਬਾਨੀ ਦੇ ਨਾਲ ਆਜ਼ਾਦ ਹੋਣ ਦੇ ਲਈ, ਸਿੱਖਣ ਦੇ ਲਈ। ਉਹਨਾਂ 2000 ਸਾਲ ਪਹਿਲਾਂ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਆਇਆ, ਪਰਮੇਸ਼ਵਰ ਦੀ ਮਿਹਰਬਾਨੀ ਨੂੰ ਲੈ ਕੇ, ਕਿਰਪਾ ਨੂੰ ਲੈ ਕੇ। ਕਿੰਨੇ ਸਾਲ ਆ ਗਏ? 2000। ਅੱਜ 2022 ਚੱਲ ਰਿਹਾ ਹੈ। 2022 ਸਾਲ ਪਹਿਲਾਂ ਪਰਮੇਸ਼ਵਰ ਦੀ ਮਿਹਰਬਾਨੀ ਸਰਵੱਤ ਮਨੁੱਖ ਜਾਤੀ ਦੇ ਉੱਤੇ ਹੋਈ। ਕਿੰਨਾ ਟਾਈਮ ਲੱਗਾ। ਇਹ ਆਸਾਨ ਨਹੀਂ ਸੀ ਮੇਰੇ ਭਾਈ। ਸਾਡੇ ਪਾਪਾਂ ਦਾ ਨਿਸਤਾਰਾ, ਸਾਡੇ ਪਾਪਾਂ ਦਾ ਛੁਟਕਾਰਾ ਆਸਾਨ ਨਹੀਂ ਸੀ। ਕਾਰਨ ਅਸੀਂ ਪਰਮੇਸ਼ਰ ਦੀ ਆਗਿਆਕਾਰੀਤਾ ਤੋਂ ਬੇਮੁਖ ਹੋ ਚੁੱਕੇ ਸੀ। ਇੱਕ ਮਨੁੱਖ ਦੇ ਕਾਰਨ ਬੇਮੁਖ ਹੋਣ ਦੇ ਨਾਲ ਅਸੀਂ ਪਰਮੇਸ਼ਰ ਤੋਂ ਦੂਰੀ ਬਣਾ ਲਈ, ਔਰ ਇਹ ਦੂਰੀ ਇੰਨੀ ਵੱਧ ਗਈ ਕਿ ਸਾਡੇ ਵਿੱਚ ਮੌਤ ਦਰ ਮੌਤ ਦਰ ਮੌਤ ਦਰ ਮੌਤ ਵੱਧਦੀ ਗਈ ਅਤੇ ਅਸੀਂ ਮੌਤ ਦੇ ਹੱਥ ਫੜਵਾਏ ਗਏ। ਹੁਣ ਅਸੀਂ ਪਰਮੇਸ਼ਰ ਦੇ ਅੱਗੇ ਪਾਪਾਂ ਦੇ ਦੁੱਖਾਂ ਦੇ ਕਾਰਨ ਉਸ ਦੇ ਅੱਗੇ ਦੁਹਾਈ ਦੇ ਰਹੇ ਸੀ, ਕੌਣ ਸਾਨੂੰ ਇਸ ਮੌਤ ਤੋਂ ਛੁਡਾਵੇਗਾ, ਕੌਣ ਬਚਾਵੇਗਾ। ਤਦ ਪਰਮੇਸ਼ਰ ਜੋ ਦਇਆ ਦਾ ਖਣੀ ਹੈ, ਕਿਰਪਾ ਦੇ ਵਿੱਚ ਧਨੀ ਹੈ, ਗੁੱਸੇ ਵਿੱਚ ਧੀਰਜੀ ਹੈ, ਉਹ ਪਰਮੇਸ਼ਰ ਮੇਰੇ ਅਤੇ ਆਪ ਦੇ ਜੀਵਨ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਇਸ ਦੁਨੀਆ ਦੇ ਵਿੱਚ ਮਿਹਰਬਾਨੀ ਲੈ ਕੇ ਆਇਆ। ਇਹ ਤੇਰੀ ਉਸ ਦੀ ਮਿਹਰਬਾਨੀ, ਸਹਿਨਸ਼ੀਲਤਾ ਅਤੇ ਧੀਰਜਤਾ ਦਾ ਇੱਕ ਸਬੂਤ ਲੈ ਕੇ ਮੇਰੇ ਅਤੇ ਆਪ ਦੇ ਕੋਲ ਆਈ। ਦੁੱਖਾਂ ਦੇ ਵਿੱਚ ਕਿੰਨੀ ਅਦਭੁਤ ਹੈ। ਮਨੁੱਖਾਂ ਨੇ ਬਹੁਤ ਪ੍ਰਯਾਸ ਕੀਤੇ ਇਸ ਦੁੱਖਾਂ ਦੇ ਵਿੱਚੋਂ ਨਿਕਲਣ ਦੇ ਲਈ, ਬਹੁਤ ਸਾਰੇ ਪ੍ਰਯਾਸ ਕੀਤੇ। ਉਹ ਸਭ ਨੇ ਮਤਲਬ ਕਿ ਸਭ ਵਿਅਰਥ ਸੀ। ਕੋਈ ਵੀ ਉਹਨਾਂ ਦਾ ਕੰਮ
ਸੱਚ ਦੇ ਨਾਲ ਜੁੜ ਨਹੀਂ ਰਿਹਾ ਸੀ। ਕਿਉਂ? ਪਾਪ ਦੇ ਵਿੱਚ ਸੀ। ਬਾਣੀ ਦੇ ਵਿੱਚ ਯਸ਼ਾਇਆ ਕਹਿੰਦਾ ਹੈ, ਤੁਹਾਡੇ ਸਾਰੇ ਚੰਗੇ ਕੰਮ ਪਰਮੇਸ਼ਵਰ ਦੇ ਅੱਗੇ ਮੈਲੇ ਚਿੱਥੜੇ ਕੱਪੜਿਆਂ ਦੇ ਸਮਾਨ ਸੀ, ਤੁਸੀਂ ਬਚ ਨਹੀਂ ਸੀ ਸਕਦੇ। ਪਰ ਪਰਮੇਸ਼ਵਰ ਦੀ ਮਿਹਰਬਾਨੀ, ਸਹਿਣਸ਼ੀਲਤਾ ਅਤੇ ਧੀਰਜਤਾ ਮੇਰੇ ਜੀਵਨ ਵਿੱਚ ਮੁਕਤੀ ਦਾ ਸਬੂਤ ਹੈ। ਸਬੂਤ ਕਿਉਂਕਿ ਉਹਦੇ ਕੋਲ ਸਾਡੀ ਪਾਪਾਂ ਦੀ ਰਿਹਾਈ ਦੀ ਆਵਾਜ਼ ਪਹੁੰਚੀ ਤੇ ਪਰਮੇਸ਼ਵਰ ਨੇ ਉਸ ਆਵਾਜ਼ ਦੇ ਲਈ ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਉਹਦੀ ਮਿਹਰਬਾਨੀ ਅਤੇ ਸਹਿਣਸ਼ੀਲਤਾ ਅਤੇ ਧੀਰਜਤਾ ਦੇ ਨਾਲ ਸਾਡੇ ਵਿੱਚ ਭੇਜਿਆ। ਦੇਖੋ, ਪਰਮੇਸ਼ਵਰ ਦਾ ਦਿਲ ਆਪਣਾ ਇਕਲੌਤਾ, ਆਪਣਾ ਪਿਆਰਾ, ਮਹਿਮਾ ਅਤੇ ਆਦਰ ਦੇ ਯੋਗ, ਸਰਵਤ ਸ੍ਰਿਸ਼ਟੀ ਦਾ ਰਚੇਤਾ ਮੇਰੇ ਪਾਪ ਨੂੰ ਖਿਮਾ ਕਰਨ ਦੇ ਲਈ, ਮੇਰੇ ਪਾਪੀ ਦੇ ਸਾਰੇ ਪਾਪਾਂ ਨੂੰ ਮਿਟਾਉਣ ਦੇ ਲਈ ਸਵਰਗ ਛੱਡ ਕੇ ਇਸ ਧਰਤੀ ਤੇ ਆਇਆ। ਇਹ ਉਹਦੀ ਸਭ ਤੋਂ ਵੱਡੀ ਮਿਹਰਬਾਨੀ, ਜਿਹਦੇ ਲਈ ਅਸੀਂ ਉਹਦੀ ਮਿਹਰਬਾਨੀ ਦਾ ਕਰਜ਼ ਅਦਾ ਨਹੀਂ ਕਰ ਸਕਦੇ। ਉਹਦੀ ਮਿਹਰਬਾਨੀ ਦਾ ਅਰਥ ਹੈ ਕਿ ਉਹ ਪਾਪੀਆਂ ਉੱਤੇ ਮਿਹਰ ਕਰਦਾ ਹੈ, ਭਾਵੇਂ ਕਿ ਉਹ ਕਿੰਨਾ ਦੇ ਪਾਪ ਤੇ ਨਹੀਂ, ਭਾਵੇਂ ਕਿ ਉਹਨਾਂ ਦੇ ਪਾਪਾਂ ਤੇ ਨਹੀਂ। ਉਸ ਦੀ ਸਹਿਣਸ਼ੀਲਤਾ ਮਨੁੱਖਾਂ ਦੀ ਦੁਸ਼ਟਤਾ ਅਤੇ ਵਿਦਰੋਹ ਤੇ ਉਸ ਦੀ ਸਜ਼ਾ ਨੂੰ ਰੋਕੀ ਰੱਖਣ ਦਾ ਵਰਣਨ ਕਰਦੀ ਹੈ। ਇੱਕ ਵਾਰ ਫੇਰ ਦੱਸ ਰਿਹਾ, ਉਸ ਦੀ ਸਹਿਣਸ਼ੀਲਤਾ ਮਨੁੱਖਾਂ ਦੀ ਦੁਸ਼ਟਤਾ ਅਤੇ ਵਿਦਰੋਹ ਤੇ ਉਸ ਦੀ ਸਜ਼ਾ ਨੂੰ ਰੋਕੀ ਰੱਖਣ ਦਾ ਵਰਣਨ ਕਰਦੀ ਹੈ। ਸਜ਼ਾ ਕੀ ਸੀ? ਮੌਤ। ਅਤੇ ਵਿਦਰੋਹ, ਅਸੀਂ ਬਗਾਵਤ ਕੀਤੀ ਪਰਮੇਸ਼ਵਰ ਦੇ ਨਾਲ। ਆਰੰਭ ਤੋਂ ਲੈ ਕੇ ਪ੍ਰਭੂ ਯਿਸੂ ਮਸੀਹ ਨੂੰ ਸੂਲੀ ਤੱਕ ਚਾੜਨ ਦੇ ਲਈ ਸਾਡਾ ਜਿਹੜਾ ਮਨੁੱਖੀ ਸਮਾਜ ਸੀ, ਪਰਮੇਸ਼ਵਰ ਦੇ ਵਿਦਰੋਹ ਅਤੇ ਬਗਾਵਤ ਕਰਦਾ ਨਜ਼ਰ ਆ ਰਿਹਾ ਸੀ। ਪਰ ਧੰਨਵਾਦ ਹੈ ਪਰਮੇਸ਼ਵਰ ਦਾ, ਜਿਸ ਨੇ ਸਾਡੇ ਉੱਤੇ ਮਿਹਰਬਾਨੀ, ਮਿਹਰ ਕੀਤੀ ਅਤੇ ਸਾਰੀਆਂ ਗੱਲਾਂ ਨੂੰ ਸਹਿ ਕੇ ਧੀਰਜਤਾ ਦੇ ਨਾਲ ਆਪਣੇ ਪਿਆਰੇ ਪੁੱਤਰ ਨੂੰ ਕਾਲਵਰੀ ਕਰੂਸ ਦੇ ਉੱਤੇ ਮੇਰੇ ਪਾਪਾਂ ਦੇ ਕਰਜ਼ ਚੁਕਾਉਣ ਦੇ ਲਈ ਦੇ ਦਿੱਤਾ। ਇਹ ਆਸਾਨ ਨਹੀਂ ਸੀ, ਕਿਉਂਕਿ ਉਹਨੇ ਮਨੁੱਖਾਂ ਦੀ ਦੁਹਾਈ ਨੂੰ ਸੁਣਿਆ ਅਤੇ ਉਸ ਦੇ ਲਈ ਕਾਰਜ ਕੀਤਾ। ਪਰਮੇਸ਼ਵਰ ਨੇ ਮਨੁੱਖਾਂ ਦੇ ਦੁੱਖਾਂ ਦੀ ਦੁਹਾਈ ਨੂੰ ਉਹਨਾਂ ਦੇ ਪਾਪਾਂ ਦੇ ਨਿਮਿਤ ਸੁਣਿਆ ਤੇ ਉਸਨੇ ਕਾਰਜ ਕੀਤਾ। ਪਰਮੇਸ਼ਵਰ ਦੀ ਕਿਰਪਾ ਸਵਰਗੋਂ ਮੇਰੇ ਲਈ ਹੋਈ। ਇਸ ਕਿਰਪਾ ਦਾ ਮਤਲਬ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ। ਇਸ ਮਿਹਰਬਾਨੀ ਦਾ ਮਤਲਬ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ। ਜਿਸ ਦੇ ਅਸੀਂ ਲਾਇਕ, ਅਸੀਂ ਪਰਮੇਸ਼ਵਰ ਦੇ ਲਾਇਕ ਨਹੀਂ ਸੀ, ਪਰ ਉਸ ਨੇ ਆਪਣੇ ਪਿਆਰੇ ਪੁੱਤਰ ਵਿੱਚ ਮਿਹਰਬਾਨੀ ਕਰਕੇ ਸਾਨੂੰ ਪਰਮੇਸ਼ਵਰ ਦੇ ਲਾਇਕ ਬਣਾ ਦਿੱਤਾ। ਇਸ ਕਰਕੇ ਜਦੋਂ ਮੈਂ ਰੋਮੀਆਂ ਦੀ ਪੁਸਤਕ ਨੂੰ ਪੜ੍ਹਦਾ ਹਾਂ, ਉਸ ਦੇ 2 ਅਧਿਆਏ ਦੇ ਉੱਤੇ ਧਿਆਨ ਕਰਦਾ ਹਾਂ ਪੂਰੇ ਧਿਆਨ ਤੇ, ਤਾਂ ਉਸ ਦਾ ਇੱਕ ਸਬਜੈਕਟ ਨਿਕਲਦਾ ਹੈ। ਉਹ ਮੈਂ ਪਹਿਲਾਂ ਵੀ ਆਪ ਨੂੰ ਦੱਸ ਚੁੱਕਾ ਹਾਂ, God's righteousness judgment, ਪਰਮੇਸ਼ਵਰ ਦੀ ਧਾਰਮਿਕਤਾ ਦੇ ਉੱਤੇ ਨਿਆਂ। ਭਾਵ ਸਾਡੇ ਸਿੱਧੇ ਸੰਬੰਧ ਦੇ ਉੱਤੇ ਨਿਆਂ। ਔਰ ਨਿਆਂ ਮੇਰਾ ਪਰਮੇਸ਼ਵਰ ਦੇ ਨਾਲ ਸਿੱਧਾ ਸੰਬੰਧ ਹੋ ਜਾਏ, ਉਹਦੇ ਪੁੱਤਰ ਦੇ ਰਾਹੀਂ ਮੇਰੇ ਜੀਵਨ ਦੇ ਵਿੱਚ ਕੀਤਾ ਗਿਆ। ਸਹਿਣਸ਼ੀਲਤਾ ਮਨੁੱਖ ਦੇ ਅਣਥੱਕ ਉਸ ਕੌਣ ਦੇ ਬਾਵਜੂਦ ਵੀ ਉਸ ਦਾ ਅਦਭੁਤ ਆਤਮਕ ਰੋਕ ਹੈ। ਅਦਭੁਤ
कितनी ज़्यादा साडे च सहनशीलता है नहीं, पर परमेश्वर ने कितना सहन किया होएगा अपने प्यारे पुत्र नूं, जिहड़ा आदर दे योग सी, जिहड़ा प्यारा सी, जिहड़ा उस दे पातशाहियां दे उत्ते राज करदा सी, उस नूं सूली ते चाढ़ना असी सहन नहीं कर सकते, पर उसने मेरे लिए सह लिया। पहला मेहरबानी, फिर सहनशीलता, फिर असी देखते हाँ परमेश्वर की धीरजता। धीरजता का मतलब मैनू पाप तो मन फिराव का मौका देना, मैनू पाप तो मन फिराव का मौका देना, ये कोई नहीं दिंदा, परमेश्वर दे रहा है। जदों असी दूसरा पतरस 3 अध्याय उसकी 9 ते 10 आयत पढ़ते हाँ तो लिखा परमेश्वर अपने आउण दे विखे देर नहीं करता, पर इसलिए कर रहा कि सारे मनुखों नूं जो इस धरती दे उत्ते है उन्हां नूं पापां तो मन फिराव दा मौका मिले, क्योंकि प्रभु यीशु मसीह ने मेरे पापां दे लई अपने, क्योंकि परमेश्वर ने अपने प्यारे पुत्र प्रभु यीशु मसीह नूं कालवरी क्रूस दे उत्ते दे दिता कि उस दे उत्ते नेचा करन दे नाल मैं परमेश्वर दी धार्मिकता दे न्याय तो मुक्त होके परमेश्वर दी संतान बन जावां। कितनी वड्डी धीरजता, और उसदी धीरजता अज भी उस दे पुत्र प्रभु यीशु मसीह दे विच मेरे लिए जारी है, बह रही है। क्यों? क्योंकि परमेश्वर नहीं चाहता कि मैं बलदी हुई नरक दी अग दे विच जावां। वो चाहता है मैं उसके सदीपक अनंत धाम दे विच जिथे हमेशा हमेशा दा आराम है, जिथे हमेशा हमेशा दी परमेश्वर दी महिमा ते बंदगी है, परमेश्वर उत्थे लेके जाना चाहता है। परमेश्वर दी मेहरबानी जो कि उस दे प्रबंध सुरक्षा अते बचाए रखण दे विच वेखी जाती है, वो मनुखा नूं पछतावे वल लियाउण दे लई एक निशाना रखती है। वो नहीं चाहता भाई किसे दा नाश होवे, सगों सबे सबे तौबा वल मुड़न। दूसरा पतरस कहता मैं तो तौबा करके परमेश्वर दे राज विच दाखल हो गया, मैं उसकी मेहरबानी नूं प्राप्त कर लिया, मैं उसकी सहनशीलता नूं अपने जीवन दे विच वेख लिया, मैं उसके धीरज नूं जो उसने मेरे विखे कीता उस नूं प्राप्त कर लिया। अज वो चाहता है कि तुसी उसकी मेहरबानी नूं जो उसने कालवरी क्रूस के उत्ते सर्वत मनुख जाति दे लई कीती, वो कहता है तुसी भी प्राप्त करो। क्यों? क्योंकि परमेश्वर ने जदों सारे मनुख पाप दे विच सी, उन्हां दे पाप दे दुखड़े नूं सुनिया अते उन्हां दे उत्ते मेहरबानी करके उन्हां नूं तौबा वल मुड़न दे लई कार्य किया, और वो कार्य अज भी जारी है। परमेश्वर चाहता है कि तुसी उसकी मेहरबानी दे नाल तौबा वल मुड़ो अते जिउंदे रहो। फैसला आपदा है कि तुसी उसकी मेहरबानी नूं प्राप्त करना है या अपने जीवन दे विच उस सज़ा नूं प्राप्त करना है जिहड़ी आउण वाले समय दे विच जदों बदना ते आवेगा, न्याय दे आसन ते बैठेगा, जिहड़े उस दे उत्ते उस मेहरबानी दे उत्ते नीचा नहीं करते वो बढ़दी हुई नरक दी अग दे विच धक्के जाणगे। फैसला आपदा है, उसकी मेहरबानी नूं प्राप्त करना है या सज़ा नूं प्राप्त करना है। परमेश्वर आप नूं फैसला करन दे लई मदद करे। जय मसीह दी। मारानाथा।